हेलो एवरीवन, वेलकम टू माय यूट्यूब चैनल। आई थॉट कि अज तुहानू बाहरली ब्यूटी क्यों ना दिखाई जाए पहला, देन उस तो बाद आप अपनी वीडियो शुरू करांगे। सो सी बर्फ पई हुई है, अज थोड़ी ठंड घट है और अज उत्थे बच्चे भी खेड रहे हैं। लाइक अज सैटरडे है, वीकेंड, तो सब इंजॉय कर रहे हैं, धुप दे मज़े ले रहे हैं, वॉक कर रहे हैं, राइट। A building, the big towers. Hello everyone, so welcome back to my YouTube channel. In this video I will share some very important information. पिछली वीडियो ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਤੁਸੀਂ ਲੈਂਡ ਕਰਦੇ ਹੋ ਕੈਨੇਡਾ ਦੇ ਵਿੱਚ, ਉਸ ਤੋਂ ਬਾਅਦ ਤੁਸੀਂ ਕੀ ਚੀਜ਼ਾਂ ਕਰਨੀਆਂ ਨੇ, ਰਾਈਟ, 에ਅਰਪੋਰਟ ਤੇ। ਫਿਰ ਉਸ ਤੋਂ ਬਾਅਦ 14 ਡੇਜ਼ ਦਾ ਕੁਆਰੰਟਾਈਨ ਕੰਪਲੀਟ ਕਰਨ ਤੋਂ ਬਾਅਦ ਤੁਸੀਂ ਪਹਿਲੀ ਚੀਜ਼ ਕੀ ਕਰਨੀ ਹੈ, ਆਪਣਾ ਫੋਨ ਨੰਬਰ ਲੈਣਾ ਹੈ, ਰਾਈਟ। फोन नंबर हुण मैं हैगी ब्रिटिश कोलंबिया दे विच, वैंकूवर दे विच, ठीक है। सो तुसी इत्थे जिहड़े नैटवर्क सब तो वधिया हैगे वो हैगे फाइडो, रॉजर्स, चार्टर ते बेल। ये सब तो बेस्ट ने। अगर आई विल रिकमेंड यू दैन वो होएगा फाइडो, ठीक है। सब तो बेस्ट ओदा जिहड़ा हैगा नैटवर्क तुहानूं मिलेगा। दो इट इज़ वेरी लाइक कॉस्टली हैगा सारियां दे नालों, बट येस इट इज़ गुड। सो आई विल प्रोवाइड यू द लिस्ट एज वेल कि किहड़े तुहानूं लैणे चाहिए। पहला हैगा फाइडो, जिहदा नैटवर्क बहुत गुड है बट कॉस्टली है, राइट। नैक्सट हैगा बेल, ਉਹਦਾ ਵੀ ਨੈਟਵਰਕ ਬਹੁਤ ਅੱਛਾ ਹੈ, ਠੀਕ ਹੈ। ਆਲ ਓਵਰ ਲਾਈਕ ਤੁਸੀਂ ਇੱਥੇ ਹੈਗੇ ਹੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤਾਂ ਸਾਰੇ ਕਿਤੇ ਚੱਲੇਗਾ, ਦੈਨ ਥੋੜਾ ਜਿਹਾ ਐਕਸਪੈਂਸਿਵ ਹੈ ਉਹ ਵੀ। ਨੈਕਸਟ ਹੈਗਾ ਰੋਜਰਸ, ਉਹ ਵੀ ਸੇਮ ਹੈਗਾ, ਨੈਟਵਰਕ ਅੱਛਾ ਹੈ ਬਟ ਕਾਸਟਲੀ ਹੈ। ਦੈਨ ਉਸ ਤੋਂ ਅਗਰ ਥੋੜਾ ਨੀਚੇ ਜਾਣਾ ਚਾਹੁੰਦੇ ਹੋ ਤੁਸੀਂ, ਦੈਨ ਹੈਗਾ ਚਾਰਟਰ, ਠੀਕ ਹੈ। ਦੈਨ ਉਹਦਾ ਨੈਟਵਰਕ ਅੱਛਾ ਹੈ ਬਟ ਥੋੜਾ ਜਿਹਾ ਮਤਲਬ थोड़ा सा प्रॉब्लम दे सकता, राइट। सो इट इज़ लेस कॉस्टलियर देन द अबव आई हैव टोल्ड यू। देन नैक्सट कम्स द फ्रीडम, दैट इज़ लाइक थोड़े जे इशूज़ आ सकते हैं। एक है वर्जिन, ठीक है। तुसीं इन्हां चों कोई भी चूज़ कर सकते हो जिहड़ा तुहाडे लाइक बजट के अकॉर्डिंग तुहानूं सूट करदा, वो तुसीं लै सकदे हो। ते किहड़े एरिया दे विच तुसीं लाइक काम करन जाना है, कॉलेज जाना है, या जो भी चीज़ां हैगियां, ठीक है, ਉਹਦੇ अकॉर्डिंग तुसीं अपना डिसीजन लै सकदे हो। सो या नैक्सट हुण आपां गल करांगे मैडिकल इंश्योरेंस दी, ठीक है, जो कि बहुत ज़्यादा इंपॉर्टेंट है तुहाडे कोल होना। सो ब्रिटिश कोलंबिया दे विच अगर तुसी आ रहे हो तो तुहानूं इत्थे मैडिकल गवर्नमेंट प्लान मिल सकता, पब्लिक इंश्योरेंस मिल सकता, ठीक है, मैडिकल दा। बट अगर तुसी किसी होर प्रोविंस की गल करो तो उत्थे इदां भी हो सकता है कि तुहानूं सिर्फ प्राइवेट इंश्योरेंस ही लेना पवे। गवर्नमेंट तुहानूं अलाउ नहीं करदी एज अ स्टूडेंट कि तुसी अपना जिहड़ा हैगा पब्लिक इंश्योरेंस ला सको, तुसी एलिजिबल ही नहीं हुंदे, ठीक है। सिर्फ ਜਿਹੜੇ ਰੈਜ਼ੀਡੈਂਟ ਹੁੰਦੇ ਆ, ਠੀਕ ਹੈ, ਸਿਰਫ ਉਹਨਾਂ ਨੂੰ ਹੀ ਦਿੱਤਾ ਜਾਂਦਾ ਹੈ। ਸੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਦਾਂ ਦਾ ਕੋਈ ਰੂਲ ਨਹੀਂ ਹੈਗਾ। ਐਜ਼ ਅ ਸਟੂਡੈਂਟ ਮੈਨੂੰ ਵੀ ਮਿਲਿਆ ਹੈਗਾ, ਠੀਕ ਹੈ, ਮੈਂ ਲਿਆ, ਉਹਦੇ ਲਈ ਕਾਰਡ ਬਣਦਾ, ਦੈਟ ਇਜ਼ ਫॉर द ਮੈਡੀਕਲ ਇੰਸ਼ੋਰੈਂਸ, ਠੀਕ ਹੈ। ਸੋ ਜਦੋਂ ਮੈਂ ਪਹਿਲਾਂ ਇੱਥੇ ਆਈ ਸੀਗੀ, ਉਹ ਜਿਹੜਾ ਕਾਰਡ ਹੈ ਤੁਹਾਨੂੰ 3 ਮਹੀਨੇ ਬਾਅਦ ਮਿਲਦਾ। ਲਾਈਕ ਤੁਸੀਂ ਅੱਜ ਅਪਲਾਈ ਕਰ ਰਹੇ ਹੋ ਤਾਂ ਤੁਹਾਨੂੰ 3 ਮਹੀਨੇ ਉਸ ਚੀਜ਼ ਲਈ ਵੇਟ ਕਰਨੀ ਪਏਗੀ, ਦੈਨ ਤੁਸੀਂ ਉਹ ਕਾਰਡ ਰਿਸੀਵ ਕਰੋਗੇ। ਉਹਦੀ ਫੀਸ ਹੈਗੀ ਹੈ आई गेस $150 या, ठीक है, $150 ਤੁਹਾਨੂੰ पे करने पैणगे कार्ड बनवाने ਲਈ। 3 ਮਹੀਨੇ ਦੀ ਵੇਟ ਕਰਨੀ ਪੈਗੀ, ਔਰ ਉਹ 3 ਮਹੀਨੇ ਅਗਰ ਤੁਹਾਨੂੰ ਕੋਈ ਐਮਰਜੈਂਸੀ ਪੈ ਜਾਂਦੀ ਹੈ, ਸੋ ਉਦੋਂ ਤੁਹਾਡੇ ਕੋਲ ਕੋਈ ਵੀ ਮੈਡੀਕਲ ਇੰਸ਼ੋਰੈਂਸ ਨਹੀਂ ਹੈਗਾ ਤਾਂ ਉਦੋਂ ਤੁਸੀਂ ਕੀ ਕਰੋਗੇ। ਸੋ ਯੈਸ, ਉਹਦੇ ਲਈ ਤੁਹਾਨੂੰ ਕੀ ਕਰਨਾ ਪਏਗਾ, ਉਹਦੇ ਲਈ ਜਦੋਂ ਹੀ ਤੁਸੀਂ ਇੱਥੇ ਆਉਨੇ ਹੋ, ਰਾਈਟ, ਤੁਸੀਂ 14 ਡੇਜ਼ ਦੇ ਕੁਆਰੰਟਾਈਨ ਪੀਰੀਅਡ ਦੇ ਵਿੱਚ ਹੈਗੇ ਹੋ ਨਾ, ਰੱਬ ਨਾ ਕਰੇ ਕਿ ਇਦਾਂ ਦੀ ਅਗਰ ਕੋਈ ਚੀਜ਼ ਹੋ ਜਾਂਦੀ ਹੈ, ਤੁਹਾਨੂੰ ਮੈਡੀਕਲ ਐਮਰਜੈਂਸੀ ਲਈ ਜਾਣਾ ਪੈਂਦਾ ਤਾਂ ਉਹਦੇ ਲਈ ਤੁਹਾਡੇ ਕੋਲ ਪ੍ਰਾਈਵੇਟ ਇੰਸ਼ੋਰੈਂਸ ਹੋਣਾ ਚਾਹੀਦਾ। ਤੁਸੀਂ ਉਹ ਅਪਲਾਈ ਕਰੋਗੇ ਕਿਸੇ ਵੀ ਕੰਪਨੀ ਤੋਂ, ਠੀਕ ਹੈ, ਜਿਹੜੀਆਂ ਵੀ ਇੰਸ਼ੋਰੈਂਸ ਕੰਪਨੀਜ਼ ਅਵੇਲੇਬਲ ਹੋਣਗੀਆਂ ਉਹਨਾਂ ਤੋਂ 3 ਮਹੀਨੇ ਦਾ ਤੁਸੀਂ ਮੈਡੀਕਲ ਇੰਸ਼ੋਰੈਂਸ ਪਲਾਨ ਲੈ ਲੈਣਾ, ਠੀਕ ਹੈ। ਸਪੋਜ਼ ਜਿਵੇਂ ਮੈਨੂੰ ਜਿਹੜਾ ਮੇਰਾ ਮੈਡੀਕਲ ਕਾਰਡ ਹੈਗਾ ਉਹ 2 ਮਹੀਨੇ ਦੇ ਵਿੱਚ ਰਿਸੀਵ ਹੋ ਗਿਆ ਸੀਗਾ, ਐਂਡ ਮੈਂ ਜਿਹੜਾ ਪ੍ਰਾਈਵੇਟ ਇੰਸ਼ੋਰੈਂਸ ਲਿਆ ਸੀ ਉਹ 3 ਮਹੀਨੇ ਦਾ ਸੀ। ਸੋ ਮੈਂ ਕੀ ਕੀਤਾ, ਉਹਨਾਂ ਤੋਂ ਪੈਸੇ ਰਿਫੰਡ ਕਰਵਾ ਲਏ 1 ਮਹੀਨੇ ਦੇ। ਸੋ ਰਿਫੰਡੇਬਲ ਹੁੰਦਾ, ਤੁਹਾਨੂੰ ਪੈਸੇ ਵਾਪਸ ਵੀ ਮਿਲ ਜਾਂਦੇ ਅਗਰ ਤੁਸੀਂ ਉਹ 1 ਮਹੀਨਾ ਲਾਈਕ ਮੈਨੂੰ ਮਿਲ ਗਿਆ ਸੀ ਮੈਡੀਕਲ ਕਾਰਡ, ਸੋ ਮੈਂ ਯੂਜ਼ ਨਹੀਂ ਕੀਤਾ। ਬਟ ਅਗਰ ਸਪੋਜ਼ ਤੁਹਾਡੇ ਕੋਲ ਮੈਡੀਕਲ ਇੰਸ਼ੋਰੈਂਸ ਪਲਾਨ ਨਹੀਂ ਹੈਗਾ ਔਰ ਤੁਸੀਂ ਐਮਰਜੈਂਸੀ ਲਈ ਜਾਂਦੇ ਹੋ, ਲਾਈਕ ਕਲੀਨਿਕ ਵਿਜ਼ਿਟ ਕਰਦੇ ਹੋ, ਤਾਂ $50 ਪਰ ਲਾਈਕ ਅਪਾਇੰਟਮੈਂਟ ਦੀ ਫੀਸ ਹੋਏਗੀ ਤੁਹਾਡੀ, $50, ਰਾਈਟ। ਐਂਡ ਅਗਰ ਤੁਸੀਂ ਐਮਰਜੈਂਸੀ ਲਈ ਜਾਂਦੇ ਹੋ ਤਾਂ $400 ਤੱਕ ਤੁਹਾਨੂੰ ਕਾਸਟ ਪੈ ਸਕਦੀ ਹੈ, ਰਾਈਟ। ਬਟ ਅਗਰ ਤੁਹਾਡੇ ਕੋਲ ਉਹ ਮੈਡੀਕਲ ਕਾਰਡ ਹੈਗਾ, ਤੁਸੀਂ ਉਹ ਬਣਵਾ ਲਿਆ, ਠੀਕ ਹੈ, ਪਬਲਿਕ ਇੰਸ਼ੋਰੈਂਸ ਦੇ ਅੰਡਰ ਤੁਸੀਂ ਆਪਣੇ ਆਪ ਨੂੰ ਕਵਰ ਕਰ ਰਹੇ ਹੋ, ਤਾਂ ਅਗਰ ਤੁਸੀਂ ਜਦੋਂ ਡਾਕਟਰ ਕੋਲ ਜਾਂਦੇ ਹੋ ਤੁਹਾਡੀ ਜਿਹੜੀ ਹੈਗੀ ਹੈ ਲਾਈਕ ਕੋਈ ਫੀਸ ਨਹੀਂ ਹੋਏਗੀ ਕੋਈ ਅਪਾਇੰਟਮੈਂਟ ਦੀ, ਜਿੰਨੀ ਮਰਜ਼ੀ ਅਪਾਇੰਟਮੈਂਟਸ ਤੁਸੀਂ ਬਣਵਾ ਸਕਦੇ ਹੋ, ਕੋਈ ਫੀਸ ਨਹੀਂ ਹੈ। ਜਸਟ ਅਗਰ ਤੁਹਾਨੂੰ ਕੋਈ ਮੈਡੀਸਨ ਰਿਕਮੈਂਡ ਕਰਦੇ ਆ, ਕੋਈ ਪ੍ਰਿਸਕ੍ਰਿਪਸ਼ਨ ਲਿਖ ਕੇ ਦਿੰਦੇ ਆ, ਤਾਂ ਉਹਦੀ ਸਿਰਫ ਤੁਸੀਂ ਪੇਮੈਂਟ ਕਰਨੀ ਹੁੰਦੀ ਹੈ, ਠੀਕ ਹੈ, ਫਾਰਮੇਸੀ ਕੋਲ ਜਾ ਕੇ।
I will recommend you to apply for the ਲਾਈਕ ਗਵਰਨਮੈਂਟ ਪਲਾਨ ਕਿ ਜਦੋਂ ਤੁਸੀਂ ਕੁਆਰੰਟਾਈਨ ਦੇ ਵਿੱਚ ਹੈਗੇ ਹੋ ਲਾਈਕ 14 ਡੇਜ਼ ਦੇ ਵਿੱਚ ਤੁਸੀਂ ਆਨਲਾਈਨ ਹੀ ਅਪਲਾਈ ਕਰਨਾ ਹੈ, ਠੀਕ ਹੈ। ਸੋ ਤੁਸੀਂ ਉਹ ਅਪਲਾਈ ਕਰ ਸਕਦੇ ਹੋ 14 ਡੇਜ਼ ਦੇ ਕੁਆਰੰਟਾਈਨ ਦੇ ਵਿੱਚ ਰਹਿੰਦੇ ਹੋਏ ਵੀ, ਠੀਕ ਹੈ। ਦੈਨ ਉਸ ਤੋਂ ਬਾਅਦ ਮੈਂ ਅਗਰ ਗੱਲ ਕਰਾਂ ਕਿ ਤੁਸੀਂ ਜਦੋਂ ਲਾਈਕ ਤੁਸੀਂ ਡਾਕਟਰ ਕੋਲ ਜਾਂਦੇ ਹੋ ਤੇ ਤੁਹਾਨੂੰ ਪ੍ਰਿਸਕ੍ਰਿਪਸ਼ਨ ਦਿੱਤੀ ਆ ਉਹਨਾਂ ਨੇ, ਉਹ ਪ੍ਰਿਸਕ੍ਰਿਪਸ਼ਨ ਤੁਹਾਨੂੰ ਨਹੀਂ ਲਿਖ ਕੇ ਦੇਣਗੇ, ਲਾਈਕ ਉਹ ਤੁਹਾਨੂੰ ਪੁੱਛਣਗੇ ਕਿ ਅਸੀਂ ਕਿਹੜੀ ਫਾਰਮੇਸੀ ਕੋਲ ਉਹਨੂੰ ਭੇਜ ਦਈਏ। ਲਾਈਕ ਫਾਰਮੇਸੀ ਲਾਈਕ ਆਪਾਂ ਵਾਲਮਾਰਟ ਜਾਂਦੇ ਆ, ਉੱਥੇ ਫਾਰਮੇਸੀ ਹੁੰਦੀ ਹੈ, ਡਰੱਗ ਸਮਾਰਟ ਹੈਗਾ ਉੱਥੇ ਫਾਰਮੇਸੀ ਹੋਏਗੀ, ਤਾਂ ਉੱਥੇ ਸਿੱਧਾ ਹੀ ਫੈਕਸ ਕਰ ਦਿੰਦੇ ਜਾਂ ਮੇਲ ਕਰ ਦਿੰਦੇ ਆ ਕਿ ਆਹ ਬੰਦੇ ਦੇ ਨਾਮ ਤੇ ਆਹ ਮੈਡੀਸਨ ਹੈਗੀ ਹੈ। ਦੈਨ ਤੁਸੀਂ ਉੱਥੇ ਜਾਣਾ ਫਾਰਮੇਸੀ ਕੋਲ, ਆਪਣੀ ਆਈਡੀ ਜਿਹੜੀ ਤੁਹਾਡੀ ਮੈਡੀਕਲ ਕਾਰਡ ਹੈਗਾ ਤੁਹਾਡੇ ਕੋਲੋਂ ਦਿਖਾਣਾ ਉਹਨਾਂ ਨੂੰ। ਦੈਨ ਤੁਸੀਂ ਦੱਸਣਾ ਕਿ ਆਹ ਵਾਲੇ ਡਾਕਟਰ ਤੋਂ ਮੈਨੂੰ ਆਹ ਪ੍ਰਸਕ੍ਰਿਪਸ਼ਨ ਹੋਏਗੀ, ਠੀਕ ਹੈ, ਇੰਨੇ ਦਿਨ ਦੀ। ਤੁਹਾਡਾ ਡੇਟ ਆਫ ਬਰਥ ਲਾਈਕ ਚੈੱਕ ਕਰਦੇ ਆ ਕਿ ਤੁਸੀਂ ਉਹੀ ਹੋ ਜਿਹਦੇ ਨਾਮ ਤੇ ਪ੍ਰਸਕ੍ਰਿਪਸ਼ਨ ਆਈ ਹੈ, ਐਂਡ ਦੈਨ ਤੁਹਾਨੂੰ ਉਹ ਮੈਡੀਸਨ ਦੇ ਦੇਣਗੇ। ਉਹ ਮੈਡੀਸਨ ਲਈ ਚਾਰਜ ਕਰਨਗੇ। ਲਾਈਕ ਵਾਲਮਾਰਟ ਦਾ ਜਿਹੜਾ ਰੇਟ ਹੈਗਾ ਉਹ $10 ਹੈਗਾ ਪ੍ਰਸਕ੍ਰਿਪਸ਼ਨ ਜਿਹੜੀ ਆਈ ਹੈ ਉਹਨੂੰ ਦੇਣ ਦਾ, ਦਵਾਈ ਦੇ ਅਲੱਗ $10 ਉਹ ਬਣਾ ਕੇ ਦੇਣ ਦੇ ਤੁਹਾਨੂੰ ਦਿੰਦੇ ਆ, ਲਾਈਕ ਮੈਡੀਸਨ ਦੇਣ ਦੇ, ਠੀਕ ਹੈ। ਸੋ ਨੈਕਸਟ ਮੈਂ ਗੱਲ ਕਰਾਂਗੀ ਬੈਂਕ ਅਪਾਇੰਟਮੈਂਟ ਦੀ, ਠੀਕ ਹੈ। ਸੋ ਐਜ਼ ਅ ਸਟੂਡੈਂਟ, ਮੈਂ ਪਹਿਲਾਂ ਸਟੂਡੈਂਟਸ ਦੀ ਗੱਲ ਕਰਾਂਗੀ, ਤਾਂ ਐਜ਼ ਅ ਸਟੂਡੈਂਟ ਤੁਸੀਂ ਆਪਣੀ ਜਿੱਥੇ ਵੀ ਜਾ ਰਹੇ ਹੋ ਬੈਂਕ ਦਾ, ਚਾਹੇ ਤੁਸੀਂ ਤੁਹਾਡੇ ਕੋਲ PR ਹੈ ਕੋਈ ਵੀ ਹੈ, ਤੁਸੀਂ ਬੈਂਕ ਮਤਲਬ ਹਮੇਸ਼ਾ ਜਦੋਂ ਵੀ ਕਿਤੇ ਜਾਣਾ ਹੈ ਬੈਂਕ ਅਪਾਇੰਟਮੈਂਟ ਲੈ ਕੇ ਜਾਓ, ਅਦਰਵਾਈਜ਼ ਤੁਹਾਨੂੰ ਵੇਟ ਕਰਨੀ ਪੈ ਸਕਦੀ ਹੈ। ਈਵਨ ਉਹ ਤੁਹਾਨੂੰ ਵਾਪਸ ਵੀ ਭੇਜ ਸਕਦੇ ਆ ਕਿ ਅਪਾਇੰਟਮੈਂਟ ਲੈ ਕੇ ਆਇਓ, ਠੀਕ ਆ। ਸੋ ਤੁਸੀਂ ਆਨਲਾਈਨ ਚੈੱਕ ਕਰਨਾ ਹੈ ਜਿਹੜਾ ਵੀ ਤੁਹਾਡੇ ਨੇੜੇ ਤੇੜੇ ਬੈਂਕ ਹੈ। ਫॉर एग्जांपल ਸਟੂਡੈਂਟਸ ਦੀ ਗੱਲ ਕਰਾਂ ਤਾਂ ਜਿਹੜਾ ਆਪਣਾ GIC ਅਕਾਊਂਟ ਖੁੱਲਦਾ ਸੇਮ ਬੈਂਕ ਬ੍ਰਾਂਚ ਦੇ ਵਿੱਚ ਤੁਸੀਂ ਜਾਣਾ ਹੈ। ਜਿਹੜਾ ਸਟੂਡੈਂਟਸ ਦਾ ਅਕਾਊਂਟ ਖੋਲਿਆ ਜਾਂਦਾ ਉਹ ਹੁੰਦਾ ਸਕੋਸ਼ੀਆ ਬੈਂਕ ਦੇ ਵਿੱਚ ਜਾਂ ICICI ਬੈਂਕ ਦੇ ਵਿੱਚ, ਠੀਕ ਹੈ। ਸੋ ਮੋਸਟਲੀ ਆਈ ਥਿੰਕ ਸਕੋਸ਼ੀਆ ਬੈਂਕ ਹੀ ਹੁੰਦਾ ਸਾਰਿਆਂ ਦਾ, 99% ਜਾਂ 95% ਬੱਚਿਆਂ ਦਾ। ਸੋ ਤੁਸੀਂ ਅਪਾਇੰਟਮੈਂਟ ਲੈ ਕੇ ਜਾਣਾ ਉਹਨਾਂ ਕੋਲ। ਸੋ ਜਿਹੜੀਆਂ ਚੀਜ਼ਾਂ ਲੈ ਕੇ ਜਾਣੀਆਂ ਹੋਣਗੀਆਂ ਉਹ ਹੈਗਾ, ਫਰਸਟ ਹੋਏਗਾ ਪਾਸਪੋਰਟ, ਦੈਨ ਕਮਸ ਯੋਰ ਲਾਈਕ ਕਾਲਜ ਲੈਟਰ, ਠੀਕ ਹੈ। ਜਿਹੜਾ ਤੁਹਾਨੂੰ ਵਰਕ ਪਰਮਿਟ ਰਿਸੀਵ ਹੋਇਆ ਉਹ ਲੈ ਕੇ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਉਹ ਸਕੈਨ ਹੁੰਦਾ ਉੱਥੇ, ਠੀਕ ਹੈ। ਅਗਰ ਤੁਸੀਂ ਕੋਈ ID ਆਪਣੀ ਬਣਵਾ ਚੁੱਕੇ ਹੋ ਤਾਂ ਉਹ ਵੀ ਉੱਥੇ ਲੈ ਕੇ ਜਾਣੀ ਹੁੰਦੀ ਹੈ, ਠੀਕ ਹੈ, ਫਰਸਟ ਟਾਈਮ ਲਈ। ਸੋ ਤੁਸੀਂ ਉੱਥੇ ਆਪਣਾ ਅਕਾਊਂਟ ਖੁਲਵਾਓਗੇ, ਠੀਕ ਹੈ, ਸਟੂਡੈਂਟ ਅਕਾਊਂਟ ਤੁਹਾਡਾ ਖੁੱਲ ਜਾਏਗਾ, ਉਹਦਾ ਕੋਈ ਵੀ ਖਰਚਾ ਨਹੀਂ ਲੈਣਗੇ ਉਹ, ਰਾਈਟ। ਦੈਨ ਤੁਸੀਂ ਉੱਥੇ ਕੀ ਕਰਨਾ ਹੈ, ਲਾਈਕ ਤੁਹਾਨੂੰ ਸਾਰੀ ਚੀਜ਼ਾਂ ਸਮਝਾ ਦੇਣਗੇ ਉਹ ਕਿ ਆ ਇੱਦਾਂ ਦਾ ਯੂਜ਼ ਕਰਨਾ ਹੈ। ਤੁਹਾਨੂੰ ਡੈਬਿਟ ਕਾਰਡ ਜਿਹੜਾ ਹੈਗਾ ਉਹ ਪਹਿਲੇ ਦਿਨ ਹੀ ਰਿਸੀਵ ਹੋ ਜਾਏਗਾ, ਲਾਈਕ ਉਹ ਨਾਲ ਦੀ ਨਾਲ ਤੁਹਾਡੇ ਤੋਂ ਫਾਰਮਸ ਵਗੈਰਾ ਸਾਈਨ ਕਰਵਾ ਕੇ ਸਾਰੀਆਂ ਫਾਰਮੈਲਿਟੀਜ਼ ਡਨ ਕਰਕੇ ਦੈਨ ਉਸ ਤੋਂ ਬਾਅਦ ਉਹ ਤੁਹਾਨੂੰ ਡੈਬਿਟ ਕਾਰਡ ਜਿਹੜਾ ਹੈਗਾ ਉਹ ਨਾਲ ਦੀ ਨਾਲ ਤੁਹਾਨੂੰ ਦੇ ਦੇਣਗੇ, ਜਿਹੜਾ ਤੁਸੀਂ ਯੂਜ਼ ਕਰ ਸਕਦੇ ਹੋ, ਰਾਈਟ। ਨੈਕਸਟ ਆਈ ਵਿਲ ਟਾਕ ਅਬਾਊਟ ਦ ਕ੍ਰੈਡਿਟ ਕਾਰਡ। ਸੋ ਅਗਰ ਮੈਂ ਕ੍ਰੈਡਿਟ ਕਾਰਡ ਦੀ ਗੱਲ ਕਰਾਂ ਤਾਂ ਉਹਦੇ ਲਈ ਲਾਈਕ ਉਹ ਤੁਹਾਨੂੰ ਮੇਲ ਤੋਂ ਰਿਸੀਵ ਹੋਏਗਾ। ਹੁਣ ਇੱਥੇ ਮੇਲ ਤੁਸੀਂ ਈਮੇਲ ਨਹੀਂ ਸਮਝਣੀ, ਇੱਥੇ ਬਹੁਤ ਵੱਡਾ ਡਿਫਰੈਂਸ ਹੈ ਮੇਲ ਐਂਡ ਈਮੇਲ ਦੇ ਵਿੱਚ। ਇੱਥੇ ਮੇਲ ਉਹਨੂੰ ਕਿਹਾ ਜਾਂਦਾ ਜਿਹੜਾ ਆਪਾਂ ਪੋਸਟ ਰਿਸੀਵ ਕਰਦੇ ਆ, ਠੀਕ ਹੈ, ਡਾਕ ਜਿਹਨੂੰ ਕਹਿੰਦੇ ਆ, ਉਹ ਹੁੰਦਾ ਮੇਲ। ਤੇ ਈਮੇਲ ਤੇ ਮੇਲ ਦੇ ਵਿੱਚ ਜਸਟ ਈਮੇਲ ਦਾ ਫਰਕ ਹੈ, ਲਾਈਕ ਦਾ, ਤੇ ਉਹਨੂੰ ਤੁਸੀਂ ਮਿਸ ਇੰਟਰਪ੍ਰੀਟ ਨਹੀਂ ਕਰਨਾ। ਈਮੇਲ ਵਿਲ ਬੀ ਡਿਫਰੈਂਟ ਐਂਡ ਦ ਮੇਲ ਵਿਲ ਬੀ ਡਿਫਰੈਂਟ। ਸੋ ਕ੍ਰੈਡਿਟ ਕਾਰਡ ਤੁਹਾਨੂੰ ਆਲਮੋਸਟ ਮੈਨੂੰ ਲੱਗਦਾ ਹੈ 1 ਤੋਂ 2 ਹਫ਼ਤੇ ਦੇ ਵਿੱਚ ਤੁਸੀਂ ਉਹਨੂੰ ਰਿਸੀਵ ਕਰ ਲਓਗੇ, ਬਾਏ ਪੋਸਟ ਆਊਗਾ ਉਹ ਤੁਹਾਨੂੰ, ਠੀਕ ਹੈ। ਦੈਨ ਉਹਦੇ ਉੱਪਰ ਕੁਝ ਨੰਬਰ ਲਿਖਿਆ ਹੋਊਗਾ ਜਾਂ ਵੈਬਸਾਈਟ ਲਿਖੀ ਹੋਏਗੀ, ਤਾਂ ਉਹ ਤੁਸੀਂ ਉਹਨਾਂ ਨੂੰ ਕਾਲ ਕਰਨੀ ਹੈ ਜਾਂ ਵੈਬਸਾਈਟ ਤੇ ਈਮੇਲ ਕਰਨਾ ਆ ਕਿ ਮੇਰਾ ਜਿਹੜਾ ਕ੍ਰੈਡਿਟ ਕਾਰਡ ਹੈਗਾ ਉਹਨੂੰ ਵਰਕਿੰਗ ਦੇ ਵਿੱਚ ਕਰ ਦਿੱਤਾ ਜਾਏ, ਠੀਕ ਹੈ। ਸੋ ਸੇਮ ਹੀ ਡੈਬਿਟ ਕਾਰਡ ਦਾ ਹੋਏਗਾ। ਅਗਰ ਤੁਸੀਂ ਡੈਬਿਟ ਕਾਰਡ ਆਪਣਾ ਬੈਂਕ ਦੇ ਵਿੱਚ ਫਸਟ ਟਾਈਮ ਨਹੀਂ ਯੂਜ਼ ਕੀਤਾ, ਜਾਂ ਤਾਂ ਤੁਸੀਂ ਵਿਡਰਾਅ ਕਰਵਾ ਲਓ ਬੈਂਕ ਦੇ ਵਿੱਚ ਹੀ, ਠੀਕ ਹੈ, ਜਾਂ ਫਿਰ ਤੁਸੀਂ ਡਿਪੋਜ਼ਿਟ ਕਰਵਾ ਦਿਓ ਕੁਝ ਪੈਸੇ ਤਾਂ ਕਿ ਤੁਹਾਡਾ ਜਿਹੜਾ ਡੈਬਿਟ ਕਾਰਡ ਆ ਉਹ ਵਰਕਿੰਗ ਦੇ ਵਿੱਚ ਆ ਜਾਵੇ, ਠੀਕ ਹੈ। ਸੋ ਦਿਸ ਇਜ਼ ਆਲ ਅਬਾਊਟ ਦ ਡੈਬਿਟ ਕਾਰਡ ਐਂਡ ਦ ਕ੍ਰੈਡਿਟ ਕਾਰਡ। ਨੈਕਸਟ ਇਹਦੇ ਨਾਲ ਮੈਂ ਕੁਝ ਇਨਫੋਰਮੇਸ਼ਨ ਐਡ ਕਰਨਾ ਚਾਹਾਂਗੀ, ਲਾਈਕ ਫॉर एग्जांपल ਇਫ ਆਈ ਟਾਕ ਅਬਾਊਟ ਦ ਡੈਬਿਟ ਕਾਰਡ, ਦੈਨ ਜਿਹੜਾ ਡੈਬਿਟ ਕਾਰਡ ਹੈ ਉਹ ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ, ਬਟ ਉਹਨੂੰ ਜਿੰਨਾ ਹੋ ਸਕਦਾ ਘੱਟ ਯੂਜ਼ ਕਰੋ। ਕ੍ਰੈਡਿਟ ਕਾਰਡ ਨੂੰ ਜਿੰਨਾ ਹੋ ਸਕਦਾ ਵੱਧ ਯੂਜ਼ ਕਰੋ। ਹਾਂਜੀ, ਤੁਹਾਨੂੰ ਕ੍ਰੈਡਿਟ ਕਾਰਡ ਮਹੀਨੇ ਦੇ ਬਾਅਦ ਤੁਹਾਨੂੰ ਉਹਦਾ ਲਾਈਕ ਰਿਪੋਰਟ ਆਏਗੀ ਜਾਂ ਜੋ ਵੀ ਉਹਨੂੰ ਕਹਿੰਦੇ ਆ, ਆਈ ਫੋਰਗੇਟ ਇਟ। ਸੋ ਉਹ ਤੁਸੀਂ ਪੇਮੈਂਟ ਵਾਪਸ ਕਰਨੀ ਹੁੰਦੀ ਹੈ ਬੈਂਕ ਨੂੰ, ਠੀਕ ਹੈ। ਬਟ ਯੈਸ, ਇੱਥੇ ਕ੍ਰੈਡਿਟ ਹਿਸਟਰੀ ਮੇਨਟੇਨ ਕਰਨਾ ਬਹੁਤ ਇੰਪੋਰਟੈਂਟ ਹੈ। ਫॉर एग्जांपल ਕਿ ਤੁਸੀਂ PR ਹੋ ਗਏ ਜਾਂ ਇਦਾਂ ਦਾ ਕੁਛ ਹੈ ਨਾ, ਤਾਂ ਤੁਸੀਂ ਕੁਝ ਵੀ ਐਕਸਪੈਂਸਿਵ ਲੈਣਾ ਤਾਂ ਤੁਹਾਡੇ ਕੋਲ ਕ੍ਰੈਡਿਟ ਹਿਸਟਰੀ ਹੋਏਗੀ, ਤਾਂ ਤੁਹਾਨੂੰ ਲੋਨਸ ਵਗੈਰਾ ਅੱਛੀ ਤਰ੍ਹਾਂ ਮਿਲ ਜਾਣਗੇ। ਸਪੋਜ਼ ਤੁਸੀਂ ਆਪਣੇ ਪੈਰੈਂਟਸ ਨੂੰ ਬੁਲਾਣਾ ਐਜ਼ ਅ PR, ਸੋ ਤੁਹਾਨੂੰ ਆਪਣੀ ਕ੍ਰੈਡਿਟ ਹਿਸਟਰੀ ਦਿਖਾਉਣੀ ਪੈਂਦੀ ਹੈ, ਠੀਕ ਹੈ, ਉਹ ਫਾਈਲ ਲਗਾਉਣ ਵੇਲੇ। ਸੋ ਉਹ ਚੀਜ਼ ਆਪਣੀ ਮੇਨਟੇਨ ਕਰਕੇ ਰੱਖੋ, ਨਾਲ ਦੀ ਨਾਲ ਪੇਮੈਂਟਸ ਕਰਦੇ ਜਾਓ ਤੇ ਡੈਬਿਟ ਕਾਰਡ ਘੱਟ ਯੂਜ਼ ਕਰੋ। ਨੈਕਸਟ ਇੱਕ ਹੋਰ ਗੱਲ ਜਿਹੜੀ ਕਿ ਡੈਬਿਟ ਕਾਰਡ ਨਾਲ ਰਿਲੇਟਡ ਹੈਗੀ ਹੈ, ਉਹ ਹੈਗੀ ਕਿ ਡੈਬਿਟ ਕਾਰਡ ਜਿਹੜਾ ਹੈਗਾ ਉਹ ਬੱਸਸ ਦੇ ਵਿੱਚ ਯੂਜ਼ ਨਹੀਂ ਹੁੰਦਾ, ਰਾਈਟ। ਬੱਸਸ ਲਈ ਇੱਥੇ ਸਪੈਸ਼ਲ ਆਉਂਦਾ ਕੰਪਸ ਕਾਰਡ,
ਤੁਸੀਂ ਉਹ ਬਣਵਾ ਲਓਗੇ ਤਾਂ ਵੈਰੀ ਗੁੱਡ। ਬਣਵਾ ਕੇ ਲਓਗੇ, ਜਸਟ ਲੈਣਾ ਹੀ ਹੁੰਦਾ, ਉਹਦੇ ਵਿੱਚ ਪੈਸੇ ਪਾਣੇ ਹੁੰਦੇ ਜਿਹੜੇ ਕਿ ਤੁਸੀਂ ਆਨਲਾਈਨ ਆਪਣੇ ਬੈਂਕ ਤੋਂ ਕੰਪਸ ਕਾਰਡ ਦੇ ਵਿੱਚ ਟ੍ਰਾਂਸਫਰ ਕਰ ਸਕਦੇ ਹੋ। ਐਂਡ ਆਈ ਵਿਲ ਰეკਮੈਂਡ ਯੂ ਕਿ ਤੁਸੀਂ ਜ਼ਿਆਦਾ ਪੈਸੇ ਕੰਪਸ ਕਾਰਡ ਦੇ ਵਿੱਚ ਨਾ ਪਾਓ, ਲਾਈਕ $20 ਪਾ ਲਏ, $30 ਪਾ ਲਏ, ਠੀਕ ਹੈ। ਤਾਂ ਅਗਰ ਗੁੰਮ ਵੀ ਹੋ ਜਾਂਦਾ ਹੈ ਤਾਂ ਐਡਾ ਕੋਈ ਇਸ਼ੂ ਨਹੀਂ ਹੋਏਗਾ। ਇਹ ਨਹੀਂ ਹੈ ਕਿ ਸਿੱਧਾ $100 ਪਾ ਲਿਆ ਕਿਸੇ ਤੋਂ ਰੋਜ਼ ਯੂਜ਼ ਕਰਨਾ। ਉਹਦਾ ਬੈਨੀਫਿਟ ਕੀ ਹੁੰਦਾ ਹੈ ਕਿ ਜਿਹੜਾ ਆਪਾਂ ਸਪੋਜ਼ ਕੰਪਸ ਕਾਰਡ ਇੱਕ ਵਾਰੀ ਟੈਪ ਕਰ ਦਿੰਦੇ ਆ ਬੱਸ ਤੇ ਚੜਨ ਲੱਗੇ, ਠੀਕ ਹੈ, ਤਾਂ ਉਹ ਜਿਹੜਾ ਹੈਗਾ 2 ਘੰਟੇ ਲਈ ਚੱਲਦਾ। ਹੁਣ ਸਪੋਜ਼ ਮੈਂ ਇੱਕ ਬੱਸ ਤੋਂ ਉਤਰੀ, ਦੂਜੇ ਦੇ ਵਿੱਚ ਚਲੀ ਗਈ, ਠੀਕ ਹੈ, ਮੈਂ ਉੱਥੇ ਟੈਪ ਕੀਤਾ, ਮੇਰੇ ਦੁਬਾਰਾ ਪੈਸੇ ਨਹੀਂ ਕੱਟੇ ਜਾਣਗੇ, ਜੋ ਵੀ ਉਹ 2.5 ਤੋਂ ਆਈ ਥਿੰਕ $2.75 ਜਿਹੜਾ ਹੈਗਾ ਰੇਟ ਹੈਗਾ, ਠੀਕ ਹੈ। ਸੋ ਦੁਬਾਰਾ ਪੈਸੇ ਨਹੀਂ ਕੱਟੇ ਜਾਣਗੇ ਵਿਦਿਨ 2 ਆਵਰਸ। ਅਗਰ 2 ਘੰਟੇ ਤੋਂ ਬਾਅਦ ਮੈਂ ਅਗਰ ਟੈਪ ਕਰਦੀ ਹਾਂ ਦੁਬਾਰਾ ਤਾਂ ਮੇਰੇ ਵਾਪਸ ਪੈਸੇ ਕੱਟੇ ਜਾਣਗੇ, ਠੀਕ ਹੈ। ਸੋ ਇਹ ਸੀਗਾ ਕਿ ਡੈਬਿਟ ਕਾਰਡ ਜਿਹੜਾ ਹੈਗਾ ਉਹ ਬੱਸਿਸ ਦੇ ਵਿੱਚ ਯੂਜ਼ ਨਹੀਂ ਹੁੰਦਾ, ਕ੍ਰੈਡਿਟ ਕਾਰਡ ਹੋ ਜਾਂਦਾ ਹੈ। ਸੋ ਕੰਪਸ ਕਾਰਡ ਜਿਹੜਾ ਹੈਗਾ ਉਹ ਰੱਖੋ। ਸਪੋਜ਼ ਅਗਰ ਮੈਂ ਕ੍ਰੈਡਿਟ ਕਾਰਡ ਟੈਪ ਕਰਤਾ, ਮੇਰੇ ਇੱਕ ਵਾਰੀ ਪੈਸੇ ਕੱਟੇ ਗਏ, ਉਹਦੀ ਕੋਈ ਲਿਮਿਟ ਨਹੀਂ ਹੋਏਗੀ, ਮੈਂ ਦੂਜੀ ਵਾਰ ਬੱਸ ਤੇ ਚੜ੍ਹਦੀ ਹਾਂ ਵਿਦਿਨ 2 ਆਵਰਸ ਮੇਰੇ ਦੁਬਾਰਾ ਫੇਰ ਪੈਸੇ ਕੱਟੇ ਜਾਣਗੇ। ਸੋ ਡੂ ਨਾਟ ਟੈਪ ਯੋਰ ਕ੍ਰੈਡਿਟ ਕਾਰਡ, ਠੀਕ ਹੈ। ਸੋ ਕੰਪਸ ਕਾਰਡ ਆਪਣੇ ਕੋਲ ਰੱਖੋ। ਸੋ ਇੱਥੇ ਕਾਰਡਸ ਬਹੁਤ ਸਾਰੇ ਯੂਜ਼ ਕਰਨੇ ਪੈਂਦੇ ਆ। ਫਰਸਟ ਹੈਗਾ ਡੈਬਿਟ ਕਾਰਡ, ਦੈਨ ਕ੍ਰੈਡਿਟ ਕਾਰਡ, ਦੈਨ ਕੰਪਸ ਕਾਰਡ, ਦੈਨ ਮੈਂ ਹੋਰ ਅੱਗੇ ਦੱਸਣ ਜਾ ਰਹੀ, ਦੈਨ ਮੈਂ ਤੁਹਾਨੂੰ ਮੈਡੀਕਲ ਕਾਰਡ ਬਾਰੇ ਦੱਸਿਆ, ਠੀਕ ਹੈ। ਦੈਨ ਨੈਕਸਟ ਆਪਾਂ ਗੱਲ ਕਰਨ ਜਾ ਰਹੇ ਹਾਂ BC-ID ਕਾਰਡ ਦੀ। ਉਹ ਕਿੱਥੋਂ ਬਣੇਗਾ ਤੇ ਕਿਵੇਂ ਬਣੇਗਾ ਉਹ ਮੈਂ ਤੁਹਾਨੂੰ ਦੱਸਦੀ ਹਾਂ ਹੁਣੇ। ਫਿਰ ਮੈਨੂੰ ਥੋੜੀ ਧੁੱਪ ਲੱਗ ਰਹੀ ਸੀ, ਸੋ ਆਪਣੇ ਕੈਮਰੇ ਦੀ ਡਾਇਰੈਕਸ਼ਨ ਮੈਂ ਚੇਂਜ ਕਰ ਲਈ ਹੈ। ਹੁਣ ਆਪਾਂ ਗੱਲ ਕਰਾਂਗੇ BC-ID ਕਾਰਡ ਦੀ। ਸੋ ਉਹਦੇ ਲਈ ਤੁਹਾਨੂੰ ਅਪਾਇੰਟਮੈਂਟ ਬੁੱਕ ਕਰਕੇ ਹੀ ਜਾਓ ਤਾਂ ਬੈਟਰ ਹੈ। ਮੈਂ ਗਈ ਸੀ ਬਿਨਾਂ ਅਪਾਇੰਟਮੈਂਟ ਤੋਂ, ਸੋ ਮੈਨੂੰ ਘੰਟਾ ਵੇਟ ਕਰਕੇ ਵੀ ਮੇਰੀ ਵਾਰੀ ਨਹੀਂ ਆਈ ਸੀ, ਠੀਕ ਹੈ। ਸੋ ਯਾ ਤੁਸੀਂ ਅਪਾਇੰਟਮੈਂਟ ਬੁੱਕ ਕਰਕੇ ਜਾਓ ਤਾਂ ਬੈਟਰ ਹੈ। ਨੈਕਸਟ ਟਾਈਮ ਮੈਨੂੰ ਅਪਾਇੰਟਮੈਂਟ ਬੁੱਕ ਕਰਕੇ ਹੀ ਜਾਣਾ ਪਿਆ ਸੀ। ਸੋ ਉਹ ਸਿਰਫ 10 ਮਿੰਟ ਦਾ ਕੰਮ ਸੀਗਾ। ਉਹ ਤੁਹਾਡੀ ਲਾਈਕ ਤੁਸੀਂ ਆਪਣਾ ਪਾਸਪੋਰਟ ਲੈ ਕੇ ਜਾਣਾ, ਐਜ਼ ਅ ਸਟੂਡੈਂਟ ਤੁਸੀਂ ਆਪਣਾ ਸਟੱਡੀ ਪਰਮਿਟ ਲੈ ਕੇ ਜਾਣਾ, ਅਗਰ ਤੁਸੀਂ PR ਹੋ ਤਾਂ ਆਪਣੀ PR ਜਾਂ PR ਕਾਰਡ ਲੈ ਕੇ ਜਾਣਾ, ਠੀਕ ਹੈ। ਸੋ ਉਹਦੇ ਤੋਂ ਤੁਹਾਡੀ ਜਿਹੜੀ ਹੈਗੀ ਫੋਟੋ ਲੱਗਦੀ ਹੈ, ਉੱਥੇ ਤੁਹਾਡੀ ਫੋਟੋ ਵੀ ਖਿੱਚਦੇ ਆ ਉਹ, ਤੇ ਸਾਰੀ ਇਨਫੋਰਮੇਸ਼ਨ ਉੱਤੇ ਆਉਂਦੀ, ਉਹ ਵੇਟ, ਹਾਈਟ, ਇਦਾਂ ਦਾ ਕੁਝ ਵੀ ਪੁੱਛਦੇ ਆ BC-ID ਕਾਰਡ ਬਣਵਾਉਣ ਲੱਗੇ। ਸੋ ਤੁਸੀਂ ਅਪਾਇੰਟਮੈਂਟ ICBC ਦੇ ਨਾਲ ਬੁੱਕ ਕਰਵਾਉਣੀ ਹੈ ਆਪਣੀ, ਠੀਕ ਹੈ। ICBC ਦੇ ਨਾਲ ਆਪਣੀ ਅਪਾਇੰਟਮੈਂਟ ਬੁੱਕ ਕਰਵਾਉਣੀ ਹੈ, ਅਪਾਇੰਟਮੈਂਟ ਡੇਟ ਤੇ ਜਾਣਾ ਹੈ। ਇਹ ਸਾਰੇ ਆਪਣੇ ਡਾਕੂਮੈਂਟਸ ਜਿਵੇਂ ਪਾਸਪੋਰਟ, ਠੀਕ ਹੈ, ਸਟੱਡੀ ਪਰਮਿਟ, ਇਦਾਂ ਦਾ ਕੁਝ ਲੈ ਕੇ ਜਾਣਾ ਹੈ, ਠੀਕ ਹੈ। ਤੁਹਾਡੀ ਸਨੈਪ ਹੋਏਗੀ, ਇਦਾਂ ਦਾ ਸਭ ਕੁਝ, ਐਂਡ ਦੈਨ ਉਹ ਮੇਲ ਦੇ ਰਾਹੀਂ ਤੁਹਾਡੇ ਕੋਲ ਜਿਹੜਾ ਹੈਗਾ BC-ID ਕਾਰਡ ਰਿਸੀਵ ਹੋ ਜਾਏਗਾ। ਆਈ ਡੋਂਟ ਨੋ ਅਬਾਊਟ ਅਦਰ ਪ੍ਰੋਵਿੰਸਸ, ਬਟ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ID ਕਾਰਡ ਬਣਾਇਆ ਜਾਂਦਾ, ਠੀਕ ਹੈ। ਸੋ ਉਹਦੀ ਫੀਸ ਚਾਰਜ ਕਰਦੇ ਆ, ਆਈ ਗੈਸ $40 ਸਮਥਿੰਗ ਉਹਦੀ ਫੀਸ ਸੀਗੀ ਜਿਹੜੀ ਉਹਨਾਂ ਨੇ ਮੇਰੇ ਤੋਂ ਚਾਰਜ ਕੀਤੀ। ਐਂਡ ਅਗਰ ਸਪੋਜ਼ ਤੁਸੀਂ ਆਪਣਾ ਡਰਾਈਵਿੰਗ ਲਾਇਸੈਂਸ ਬਣਵਾਉਣਾ ਚਾਹੁੰਦੇ ਹੋ, ਠੀਕ ਹੈ, ਇਫ ਯੂ ਵਾਂਟ ਟੂ ਕਨਵਰਟ ਯੋਰ ਇੰਡੀਅਨ ਲਾਇਸੈਂਸ ਇਨਟੂ ਇੱਥੋਂ ਦਾ ਜਿਹੜਾ ਲਾਇਸੈਂਸ ਬਣਵਾਉਣਾ ਤੁਸੀਂ, ਤਾਂ ਉਹਦੇ ਲਈ ਤੁਹਾਨੂੰ ICBC ਕੋਲ ਹੀ ਆਪਣੀ ਅਪਾਇੰਟਮੈਂਟ ਜਿਹੜੀ ਹੈਗੀ ਬੁੱਕ ਕਰਵਾਉਣੀ ਪਏਗੀ। ਸੋ ਅੱਜ ਕੱਲ ਮਤਲਬ ਜਿਵੇਂ ਕੋਵਿਡ ਚੱਲ ਰਿਹਾ ਤਾਂ ਉਹਦੇ ਲਈ ਕਾਫੀ ਜ਼ਿਆਦਾ ਲੇਟ ਅਪਾਇੰਟਮੈਂਟਸ ਮਿਲਦੀਆਂ ਨੇ, ਈਵਨ 2-2 ਮਹੀਨੇ ਵੀ ਲੱਗ ਜਾਂਦੇ ਅਗਰ ਤੁਸੀਂ ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕਰ ਰਹੇ ਹੋ, ਠੀਕ ਹੈ। ਸੋ ਫਰਸਟ ਤੁਹਾਨੂੰ ਜਿਹੜਾ ਹੈਗਾ ਨੌਲੇਜ ਟੈਸਟ ਦੇਣਾ ਪੈਂਦਾ ਹੈ, ਦੈਨ ਉਸ ਤੋਂ ਬਾਅਦ ਤੁਹਾਡਾ ਜਿਹੜਾ ਹੈਗਾ ਕਲਾਸਿਸ ਲੈਣ ਤੋਂ ਬਾਅਦ ਤੁਸੀਂ ਆਪਣਾ ਡਰਾਈਵਿੰਗ ਟੈਸਟ ਵੀ ਦੇ ਸਕਦੇ ਹੋ। ਜਿਹੜਾ ਆਪਾਂ ਨੌਲੇਜ ਟੈਸਟ ਦਿੱਤਾ ਉਹ 1 ਸਾਲ ਲਈ ਵੈਲਿਡ ਹੁੰਦਾ, ਉਹਦੇ ਵਿੱਚ ਤੁਸੀਂ ਆਪਣਾ ਜਿਹੜਾ ਹੈਗਾ ਡਰਾਈਵਿੰਗ ਟੈਸਟ ਵੀ ਦੇ ਸਕਦੇ ਹੋ ਤੇ ਐਲੀਜੀਬਲ ਹੋ ਸਕਦੇ ਹੋ ਆਪਣਾ ਡਰਾਈਵਿੰਗ ਲਾਇਸੈਂਸ ਲੈਣ ਲਈ। ਆਈ ਡੋਂਟ ਨੋ ਦ ਮਤਲਬ ਪਰਟੀਕੂਲਰ ਇਨਫੋਰਮੇਸ਼ਨ ਮੈਨੂੰ ਨਹੀਂ ਪਤਾ, ਬਟ ਮੈਂ ਜਿੰਨਾ ਕੁ ਸੁਣਿਆ ਉਹ ਇਹ ਹੈਗਾ ਕਿ ਲਾਈਕ ਸਪੋਜ਼ ਇਫ ਆਈ ਐਮ ਹੈਵਿੰਗ ਲਾਈਕ ਇੰਡੀਅਨ ਲਾਇਸੈਂਸ ਤਾਂ ਐਜ਼ ਅ ਸਟੂਡੈਂਟ ਮੈਂ 19 ਸਾਲ ਕਾਰ ਡਰਾਈਵ ਕਰ ਸਕਦੀ ਹਾਂ ਇੱਥੇ, ਜਾਂ ਵੀ ਕੁਛ ਵੀ ਮਤਲਬ ਡਰਾਈਵਿੰਗ ਕਰ ਸਕਦੀ ਹਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਠੀਕ ਹੈ, ਅਗਰ ਮੇਰੇ ਕੋਲ ਇੰਡੀਅਨ ਲਾਇਸੈਂਸ ਹੈਗਾ ਐਜ਼ ਅ ਸਟੂਡੈਂਟ। ਸੋ ਉਸ ਤੋਂ ਬਾਅਦ ਮੈਨੂੰ ਬਣਵਾਉਣਾ ਹੀ ਪਊਗਾ। ਐਸ ਸੱਚ ਮੈਂ ਇਹੋ ਜਿਹਾ ਕੁਛ ਨਹੀਂ ਕਰ ਰਹੀ, ਸੋ ਡੋਂਟ ਵਰੀ ਅਬਾਊਟ ਦੈਟ। ਤੇ ਮੈਨੂੰ ਪੱਕਾ ਵੀ ਨਹੀਂ ਪਤਾ ਇਦਾਂ ਹੁੰਦਾ ਹੈ ਕਿ ਨਹੀਂ, ਕਿਉਂਕਿ ਕੁਝ ਪ੍ਰੋਵਿੰਸਸ ਦੇ ਵਿੱਚ ਹੁੰਦਾ ਹੈ, ਕੁਝ ਦੇ ਵਿੱਚ ਨਹੀਂ ਹੁੰਦਾ, ਠੀਕ ਹੈ। So the last thing which I will talk about is the social insurance number, SIN number. ਇਹ all over Canada ਦੇ ਵਿੱਚ valid ਹੈ ਔਰ ਸਾਰੇ ਲੋਕਾਂ ਨੂੰ, ਲਾਈਕ ਤੁਸੀਂ PR ਹੋ, ਲਾਈਕ ਤੁਸੀਂ ਵਰਕ ਪਰਮਿਟ ਤੇ ਹੋ ਔਰ ਐਜ਼ ਅ ਸਟੂਡੈਂਟ ਹੋ। ਉੱਥੇ ਐਰੋਪਲੇਨ ਜਾ ਰਿਹਾ ਆ, if you can see, no, I don't know where it is, right, forget it. ਸੋ ਯਾ ਲਾਸਟ ਥਿੰਗ ਜਿਹਦੇ ਬਾਰੇ ਮੈਂ ਗੱਲ ਕਰਨ ਜਾ ਰਹੀ ਹਾਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਔਰ ਇਹਦੇ ਨਾਲ ਇੱਕ ਰਿਲੇਟਡ ਮੈਂ ਨੈਕਸਟ ਵੀਡੀਓ ਜਿਹੜੀ ਹੈਗੀ ਉਹ ਅਪਲੋਡ ਕਰਾਂਗੀ, ਤੁਸੀਂ ਦੇਖਣਾ ਨਾ ਭੁੱਲਿਓ। ਦੈਟ ਵਿਲ ਬੀ ਰਿਲੇਟਡ ਟੂ ਦਾ ਫੇਕ ਕਾਲਸ, ਠੀਕ ਹੈ। ਸੋ SIN ਨੰਬਰ ਦੀ ਆਪਾਂ ਗੱਲ ਕਰਾਂਗੇ, SIN, ਦੈਟ ਸਟੈਂਡਸ ਫॉर ਸੋਸ਼ਲ ਇੰਸ਼ੋਰੈਂਸ ਨੰਬਰ, ਠੀਕ ਹੈ। ਉਹ ਸਾਰਿਆਂ ਨੂੰ ਲਾਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਹਰ ਇੱਕ ਦੇ ਕੋਲ ਹੁੰਦਾ, ਚਾਹੇ ਤੁਸੀਂ ਸਟੂਡੈਂਟ ਹੋ, PR ਹੋ ਜਾਂ ਫਿਰ ਵਰਕ ਪਰਮਿਟ ਤੇ ਇੱਥੇ ਆਏ ਹੋ। SIN ਨੰਬਰ ਲੈਣਾ ਹਰ ਇੱਕ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਠੀਕ ਹੈ। ਹੁਣ ਸੋਸ਼ਲ ਇੰਸ਼ੋਰੈਂਸ ਜਿਹੜਾ ਨੰਬਰ ਹੈਗਾ ਉਹ ਇੰਨਾ ਜ਼ਿਆਦਾ ਇੰਪੋਰਟੈਂਟ ਹੈ ਕਿ ਅਗਰ ਤੁਸੀਂ ਕਿਸੇ ਨੂੰ ਵੀ ਲਾਈਕ
ਜਿਵੇਂ ਫੇਕ ਕਾਲਸ ਦੀ ਮੈਂ ਗੱਲ ਕਰ ਰਹੀ ਹਾਂ। ਸੋ ਅਗਰ ਤੁਹਾਨੂੰ ਕਿਸੇ ਨੇ ਫੇਕ ਕਾਲ ਕੀਤੀ, ਅਗਰ ਤੁਸੀਂ ਉਸ ਬੰਦੇ ਨੂੰ ਆਪਣਾ SIM ਨੰਬਰ ਦੇਤਾ ਭੁੱਲ ਭੁਲੇਖੇ, ਸੋ ਯੂ ਆਰ ਗੋਨ। ਉਹ ਤੁਹਾਡਾ ਲਾਈਕ ਉਹ ਜਿਹੜਾ SIM ਨੰਬਰ ਹੁੰਦਾ ਉਹ ਬੈਂਕ ਦੇ ਨਾਲ ਰਿਲੇਟਡ ਹੁੰਦਾ। ਸਿਰਫ 2 ਹੀ ਬੰਦਿਆਂ ਨੂੰ ਆਪਾਂ ਆਪਣਾ SIM ਨੰਬਰ ਦਿੰਨੇ ਆ। ਫਰਸਟ ਹੈਗਾ ਬੈਂਕ ਐਂਡ ਸੈਕਿੰਡ ਹੈਗਾ ਜਿੱਥੇ ਤੁਹਾਡਾ ਤੁਸੀਂ ਕੰਮ ਕਰਦੇ ਹੋ ਆਪਣੇ EMPLOYER ਨੂੰ, ਠੀਕ ਹੈ। ਸੋ ਉਹਨਾਂ ਨੂੰ ਦੇਣਾ ਤਾਂ ਜ਼ਰੂਰੀ ਹੁੰਦਾ। ਤੁਸੀਂ ਕੰਮ SIM ਨੰਬਰ ਤੇ ਹੀ ਕਰਦੇ ਹੋ ਤਾਂ ਹੀ ਤੁਹਾਨੂੰ ਕੰਮ ਮਿਲਦਾ। ਲਾਈਕ ਤੁਹਾਡਾ EMPLOYER ਹਮੇਸ਼ਾ ਤੁਹਾਨੂੰ ਪੁੱਛੇਗਾ SIM ਨੰਬਰ ਲਈ, ਸੋ ਤੁਹਾਨੂੰ ਦੇਣਾ ਹੀ ਪਊਗਾ ਉਹ। ਸੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਹਦੇ ਰਿਲੇਟਡ ਬਹੁਤ ਜ਼ਿਆਦਾ ਫੇਕ ਕਾਲਸ ਵੀ ਆਉਂਦੀਆਂ ਨੇ ਲੋਕਾਂ ਨੂੰ ਕਿ ਵੀ ਆਰ ਟਾਕਿੰਗ ਫਰੋਮ ਸਰਵਿਸ ਕੈਨੇਡਾ ਐਂਡ ਆਲ ਦੈਟ ਸਟਫ। ਸੋ SIM ਨੰਬਰ ਲੈਣ ਲਈ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰਵਾਓਗੇ ਸਰਵਿਸ ਕੈਨੇਡਾ ਦੇ ਨਾਲ, ਠੀਕ ਹੈ। ਉਹ ਸਿਰਫ 4 ਵਜੇ ਤੱਕ ਹੀ ਖੁੱਲ੍ਹਾ ਹੁੰਦਾ। ਮੈਂ ਗਈ ਸੀ ਬਿਨਾਂ ਅਪਾਇੰਟਮੈਂਟ ਤੋਂ। ਸੋ ਲਾਈਕ ਮੈਂ 3 ਵਜੇ ਪਹੁੰਚ ਗਈ ਸੀ। ਦੈਨ ਉਸ ਤੋਂ ਬਾਅਦ ਉਹਨਾਂ ਨੇ ਬੋਰਡ ਲਗਾਤਾ ਸੀ ਨੋ ਐਂਟਰੀ, ਨੋ ਵਨ ਅਲਾਉਡ। ਸੋ ਉੱਦਾਂ ਦਾ ਕੁਛ ਨਾ ਹੋਏ ਤਾਂ ਤੁਸੀਂ ਅਪਾਇੰਟਮੈਂਟ ਲੈ ਕੇ ਜਾਇਓ, ਠੀਕ ਹੈ। ਸੋ 4 ਵਜੇ ਤੱਕ ਹੀ ਹੁੰਦਾ ਓਪਨ। ਦੈਨ ਉਸ ਤੋਂ ਬਾਅਦ ਤੁਸੀਂ ਆਪਣਾ ਪਾਸਪੋਰਟ ਵਗੈਰਾ ਲੈ ਕੇ ਜਾਓਗੇ। ਤੁਸੀਂ ਆਪਣਾ ਸਾਰੀ ਇਨਫੋਰਮੇਸ਼ਨ ਦੇਣੀ ਹੋ, ਤੁਹਾਡੇ ਐਡਰੈਸ ਵਗੈਰਾ ਪੁੱਛਦੇ ਇੱਦਾਂ ਦਾ ਕੁਛ, ਠੀਕ ਹੈ। ਐਂਡ ਉਹਨਾਂ ਨੇ ਜਿਹੜਾ ਤੁਹਾਨੂੰ SIM ਨੰਬਰ ਇਸ਼ੂ ਕਰਨਾ ਸਿਰਫ 5 ਮਿੰਟ ਲੱਗਦੇ ਆ। ਦੈਨ ਆਫਟਰ ਦੈਟ ਉਹ 10 ਮਿੰਟਸ ਅਬਵ 10 ਮਿੰਟਸ ਉਹਨਾਂ ਨੇ ਮੇਰੇ ਤੇ ਸਪੈਂਡ ਕੀਤੇ ਸੀਗੇ ਸਮਝਾਉਣ ਲਈ ਕਿ ਅਗਰ ਤੁਹਾਨੂੰ ਫੇਕ ਕਾਲਸ ਆਉਂਦੀਆਂ ਨੇ, ਉਹਨਾਂ ਨੂੰ ਵੀ ਪਤਾ ਹੈ ਕਿ ਆਉਂਦੀਆਂ ਨੇ ਸਰਵਿਸ ਕੈਨੇਡਾ ਵੱਲੋਂ, ਮਤਲਬ ਕਿ ਕੋਈ ਵੀ ਫੇਕ ਬੰਦਾ ਜਿਹੜਾ ਹੈਗਾ ਉਹ ਕਹਿੰਦਾ ਹੈ ਕਿ ਲਾਈਕ ਆਈ ਐਮ ਕਾਲਿੰਗ ਫਰੋਮ ਸਰਵਿਸ ਕੈਨੇਡਾ ਐਂਡ ਯੂ ਆਰ ਐਲੀਜੀਬਲ ਟੂ ਪੇ, ਲਾਈਕ ਤੁਹਾਡੇ ਤੇ ਕੁਛ ਟੈਕਸਿਸ ਹੈਗੇ ਆ, ਤੁਸੀਂ ਪੇ ਨਹੀਂ ਕੀਤੇ, ਸੋ ਤੁਹਾਨੂੰ ਸਾਨੂੰ ਤੁਹਾਡਾ SIM ਨੰਬਰ ਚਾਹੀਦਾ। ਸੋ ਇਦਾਂ ਦਾ ਸਟਫ। ਸੋ ਤੁਸੀਂ ਉਹਦੇ ਵਿੱਚ ਬਿਲਕੁਲ ਨਹੀਂ ਉਲਝਣਾ। ਇਦਾਂ ਦੀ ਕੋਈ ਵੀ ਕਾਲ ਆਉਂਦੀ ਹੈ ਡਾਇਰੈਕਟਲੀ ਕੱਟ ਦਿਓ, ਠੀਕ ਹੈ। ਸੋ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਵਾਂਗੀ ਕਿ ਉਹ ਕਿੱਦਾਂ ਲਾਈਕ ਕਾਲ ਕਰਦੇ ਆ ਜਾਂ ਇਦਾਂ ਦਾ ਸਟਫ। ਸੋ ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਸੋ ਉਹ ਤੁਸੀਂ ਆਪਣਾ ਜਦੋਂ ਸਪੋਜ਼ ਤੁਸੀਂ ਅਗਰ ਪਹਿਲਾਂ ਆਪਣਾ ਜਿਹੜਾ ਹੈਗਾ ਬੈਂਕ ਦੇ ਵਿੱਚ ਚਲੇ ਗਏ ਸੀਗੇ ਤੇ ਆਪਣਾ ਲਾਈਕ ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡ ਇਸ਼ੂ ਕਰਵਾ ਲਿਆ ਹੈਗਾ, ਤਾਂ ਉਸ ਤੋਂ ਬਾਅਦ ਸਪੈਸ਼ਲੀ ਜਾਓ ਆਪਣਾ SIM ਨੰਬਰ ਬੈਂਕ ਦੇ ਨਾਲ ਅਪਡੇਟ ਕਰਵਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਠੀਕ ਹੈ। ਲਾਈਕ ਮੇਰੀ ਕੇਸ ਦੇ ਵਿੱਚ ਕੀ ਹੋਇਆ ਸੀ, ਉਹਨਾਂ ਨੇ ਇਸ਼ੂ ਕਰ ਦਿੱਤਾ ਸੀ ਬਿਨਾਂ SIM ਨੰਬਰ ਤੋਂ, ਬਟ ਉਹ ਅਦਰਵਾਈਜ਼ ਇਸ਼ੂ ਵੀ ਨਹੀਂ ਕਰਦੇ ਤੁਹਾਡਾ ਡੈਬਿਟ ਤੇ ਕ੍ਰੈਡਿਟ ਕਾਰਡ ਵਿਦਾਊਟ SIM ਨੰਬਰ। ਸੋ ਮੈਂ ਬਾਅਦ ਚੋਂ ਜਾ ਕੇ ਅਪਡੇਟ ਕਰਵਾਇਆ, ਠੀਕ ਹੈ। So that's all in today's video. If you like it, please subscribe my channel. And अगर ਤੁਹਾਨੂੰ ਕੋਈ ਹੋਰ important information ਚਾਹੀਦੀ ਹੈ ਕਿ ਹੋਰ ਕੀ ਕਰਨਾ ਚਾਹੀਦਾ, ਹੋਰ ਕੀ ਚੀਜ਼ਾਂ important ਨੇ, ਕੰਮ ਕਿੱਦਾਂ ਦੇ ਕਰਨੇ ਚਾਹੀਦੇ ਹੈ ਜਾਂ ਕੰਮ ਕਿੱਦਾਂ ਮਿਲਦਾ, ਸੋ ਇਦਾਂ ਦਾ ਸਟਫ, ਸੋ ਤੁਸੀਂ ਮੈਨੂੰ ਪੁੱਛ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ। So thanks for watching my video. Bye bye.